नहीं चलेगी, ना इंसाफी नहीं चलेगी, पंजाबी नाल धक्काशाही नहीं चलेगी। पंजाबी भाषा लागू कराओ, साडा हक ਇੱਥੇ ਰੱਖ ਲਓ, साडा हक ਇੱਥੇ ਰੱਖ ਲਓ। ਕਿਉਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਦੇ ਨਾਲ ਧੱਕੇ ਕੀਤੇ ਹਨ। ਕਿ ਹਰ ਘਰ ਵਿੱਚੋਂ ਇੱਕ ਸਿੱਖ ਜਿਹੜਾ ਆਰਮੀ ਵਿੱਚ ਆਵੇ, ਬਾਰਡਰ ਤੇ ਲੜੇ ਤਾਂ ਕਿ ਪੂਰੇ ਹਿੰਦੁਸਤਾਨ ਦੀ ਹਿਫਾਜ਼ਤ ਹੋ ਸਕੇ। ਸਿੱਖਾਂ ਦੀਆਂ ਪੱਗਾਂ ਜਿਹੜੀਆਂ ਬਾਰਡਰਾਂ ਤੇ ਲੱਗੀਆਂ ਹਨ, ਤੁਹਾਨੂੰ ਆਜ਼ਾਦੀ ਦਿਲਾਈ, ਅੱਜ ਫੇਰ ਤੁਸੀਂ ਸਿੱਖਾਂ ਦਾ ਕਤਲੇਆਮ ਕਰਨ ਤੇ ਤੁਲੇ ਹੋਏ ਹੋ। ਲੀਡਰੋ, ਤੁਸੀਂ ਵੀ ਯਾਦ ਰੱਖਿਓ, ਜੇ ਸਰਕਾਰ ਨਾਲ ਟੱਕਰ ਲੈ ਸਕਦੇ ਆ ਤੇ ਲੱਤਾਂ ਧਾੜੀਆਂ ਵੀ ਤੋੜਨ ਤੋਂ ਪਿੱਛੇ ਨਹੀਂ ਹਟਾਂਗੇ, ਤੇ ਲੱਤਾਂ ਧਾੜੀਆਂ ਵੀ ਤੋੜਨ ਤੋਂ ਪਿੱਛੇ ਨਹੀਂ ਹਟਾਂਗੇ। लागू करो, पंजाबी बोली लागू करो, वही बात जस्टिस, जस्टिस। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਅਕਾਲ ਚੈਨਲ ਦੇ ਰਾਹੀਂ ਸਾਰੀ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਜਿੱਥੇ ਤੱਕ ਇਹ ਆਵਾਜ਼ ਜਾਵੇਗੀ ਚੈਨਲ ਰਾਹੀਂ, ਅੱਜ ਫੇਰ ਸਿੱਖਾਂ ਨੂੰ ਉਸ ਮਹਾਨ ਸ਼ਖਸ, ਉਸ ਮਹਾਨ ਯੋਧੇ ਦੀ ਯਾਦ ਫੇਰ ਆ ਰਹੀ ਹੈ ਜਿਹਨੂੰ ਇੱਕ ਸਿੱਖ ਕੌਮ ਦਾ ਮਹਾਨ ਮਰਜੀਵੜਾ ਸੰਤ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਫੇਰ ਉਸ ਮਹਾਨ ਸ਼ਖਸ ਦੀ ਯਾਦ ਆਈ ਜਿਸ ਨੇ ਪੂਰੇ ਪੰਜਾਬ ਵਿੱਚ, ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੇ ਹੱਕਾਂ ਲਈ, ਜਿਸ ਪੰਜਾਬ ਵਿੱਚ ਸਿੱਖ, ਹਿੰਦੂ, ਮੁਸਲਿਮ ਸਾਰੇ ਜਾਤਾਂ ਦੇ ਲੋਕ ਰਹਿੰਦੇ ਹਨ, ਸਾਰਿਆਂ ਦੇ ਹੱਕਾਂ ਦੀ ਆਵਾਜ਼ ਉਠਾਉਣ ਦੀ ਖਾਤਰ, ਹੱਕ ਦੀ ਸੱਚ ਦੀ ਆਵਾਜ਼ ਉਠਾਉਣ ਦੀ ਖਾਤਰ ਉਸ ਟਾਈਮ ਦੀ ਕੇਂਦਰ ਸਰਕਾਰ ਕਾਂਗਰਸ ਨੇ ਸਿੱਖਾਂ ਦੇ ਨਾਲ ਨਸਲਕੁਸ਼ੀ ਕਰਕੇ, ਜੋ ਜੂਨ 84 ਵਿੱਚ ਦਰਬਾਰ ਸਾਹਿਬ ਵਿੱਚ ਬੇਹੱਥਿਆਂ ਨਿਹੱਥਿਆਂ ਤੇ ਸੰਗਤਾਂ ਤੇ ਵਾਰ ਕਰਕੇ ਜ਼ੁਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਅੱਜ ਫੇਰ ਸਿੱਖ ਕੌਮ ਨੂੰ ਉਸ ਮਹਾਨ ਮਰਜੀਵੜੇ ਦੀ ਯਾਦ ਆ ਰਹੀ ਹੈ। ਕਿਉਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਦੇ ਨਾਲ ਧੱਕੇ ਕੀਤੇ ਹਨ। ਅੱਜ ਫੇਰ ਜਿਹੜੀ ਸਾਡੀ ਜਿੰਦ ਜਾਨ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਨਕਾਰਿਆ ਜਾ ਰਿਹਾ ਹੈ। ਜਦੋਂ ਦੀ ਇਹ ਸੈਂਟਰ ਵਿੱਚ ਸਰਕਾਰ ਆਈ ਹੈ, ਆਪ ਤੇ ਲੰਗੜੀ ਸੀ, JNK ਨੂੰ ਲੰਗੜਾ ਕਰ ਗਈ। ਅੱਜ JNK ਦੀ ਜੋ UT ਬਣਾਈ ਹੈ ਉਸ ਵਿੱਚ ਸਿੱਖਾਂ ਨੂੰ ਫੇਰ ਕੁਚਲਿਆ ਤੇ ਦਬਾਇਆ ਜਾ ਰਿਹਾ ਹੈ। ਅੱਜ ਹਰ ਇੱਕ ਬੱਚਾ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆਪਣੀ ਗੁਰਮੁਖੀ ਪੰਜਾਬੀ ਮਾਂ ਬੋਲੀ ਨਾਲ ਦਿਲੋਂ ਪਿਆਰ ਕਰਦਾ ਹੈ ਤੇ ਲੋੜ ਪੈਣ ਤੇ ਸਿਰ ਦੇਣ ਦੀ ਵਾਰੀ ਤੋਂ ਵੀ ਪਿੱਛੇ ਨਹੀਂ ਹਟੇਗਾ। ਮੈਂ ਫੇਰ ਸੈਂਟਰ ਦੀਆਂ ਸਰਕਾਰਾਂ ਨੂੰ ਹਦਾਇਤ ਕਰਦਾ ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖਾਂ ਵਿੱਚ ਵਾਪਸ ਕੋਈ ਸੰਤ ਜਰਨੈਲ ਸਿੰਘ ਪੈਦਾ ਨਾ ਹੋਵੇ ਤਾਂ ਫਿਰ ਇੱਕ ਗੱਲ ਯਾਦ ਰੱਖਿਓ, ਇਸ ਪੰਜਾਬੀ ਭਾਸ਼ਾ ਨੂੰ ਤੁਸੀਂ ਜਿੰਨਾ ਜਲਦੀ ਹੋ ਸਕਦਾ ਹੈ ਸਿੱਖਾਂ ਦੇ ਵਿੱਚ ਲਾਗੂ ਕਰੋ। ਕਿਉਂਕਿ ਸਿੱਖ ਪੰਜਾਬੀਅਤ ਇੱਕ ਐਸੀ ਜਾਨ ਹੈ, ਐਸੀ ਸ਼ਾਨ ਹੈ ਜੋ ਪੂਰੇ ਹਿੰਦੁਸਤਾਨ ਵਿੱਚ ਜਦੋਂ ਆਜ਼ਾਦੀ ਦੀ ਮੰਗ ਕਰਦੀ ਸੀ ਤਾਂ ਹਰ ਘਰ ਵਿੱਚ ਸਿੱਖਾਂ ਦੇ ਬੂਹੇ ਖਟਕਾਏ ਜਾਂਦੇ ਸਨ। ਹਰ ਘਰ ਵਿੱਚੋਂ ਸਿੱਖਾਂ ਦੀ ਮੰਗ ਕੀਤੀ ਜਾਂਦੀ ਸੀ ਕਿ ਹਰ ਘਰ ਵਿੱਚੋਂ ਇੱਕ ਸਿੱਖ ਜਿਹੜਾ ਆਰਮੀ ਵਿੱਚ ਆਵੇ, ਬਾਰਡਰ ਤੇ ਲੜੇ ਤਾਂ ਕਿ ਪੂਰੇ ਹਿੰਦੁਸਤਾਨ ਦੀ ਹਿਫਾਜ਼ਤ ਹੋ ਸਕੇ। ਜਦੋਂ ਸਰਕਾਰਾਂ ਅਹਿਸਾਨ ਫਰਾਮੋਸ਼ ਹੋ ਜਾਵਨ, ਅਕ੍ਰਿਤ ਕੰਨ ਹੋ ਜਾਵਨ, ਕਿਉਂਕਿ ਸਰਕਾਰਾਂ ਸਾਨੂੰ ਮਜਬੂਰ ਕਰਦੀਆਂ ਨਾ ਅਸੀਂ ਤੁਹਾਨੂੰ ਚੋਰ ਬੋਲੀਏ, ਕਿਉਂਕਿ ਤੁਸੀਂ ਚੋਰੀ ਵਾਲਾ ਕੰਮ ਕਰਦੇ ਹੋ। ਸਿੱਖਾਂ ਦੀਆਂ ਪੱਗਾਂ ਜਿਹੜੀਆਂ ਬਾਰਡਰਾਂ ਤੇ ਲੱਗੀਆਂ ਹਨ, ਤੁਹਾਨੂੰ ਆਜ਼ਾਦੀ ਦਿਲਾਈ, ਅੱਜ ਫੇਰ ਤੁਸੀਂ ਸਿੱਖਾਂ ਦਾ ਕਤਲੇਆਮ ਕਰਨ ਤੇ ਤੁਲੇ ਹੋਏ ਹੋ। ਜੇ ਸਾਡੀ ਪੰਜਾਬੀ ਮਾਂ ਬੋਲੀ ਨਾ ਰਹੀ ਤਾਂ ਸਮਝ ਲਓ ਸਿੱਖ ਵੀ ਨਹੀਂ ਰਹੇਗਾ। ਅੱਜ ਮੈਂ ਅਕਾਲ ਚੈਨਲ ਦੇ ਰਾਹੀਂ ਪੂਰੀ ਸੰਗਤ ਨੂੰ ਇਹ ਵਾਅਦਾ ਕਰਦਾ ਹਾਂ, ਜੇ 17 ਤਰੀਕ ਤੱਕ ਇਸ ਅੰਨੀ ਬੋਲੀ ਸਰਕਾਰ ਨੇ ਸਾਡੀ ਪੰਜਾਬੀ ਮਾਂ ਬੋਲੀ ਲਾਗੂ ਨਾ ਕੀਤੀ ਤੇ ਸਾਡੀ ਪੰਜਾਬੀ ਮਾਂ ਬੋਲੀ ਦੀ ਖਾਤਰ
ਸਾਡੀਆਂ ਜਾਨਾਂ ਵੀ ਚਲੀ ਜਾਣ ਤੇ ਸਾਨੂੰ ਉਹ ਵੀ ਪ੍ਰਵਾਨ ਹੈ। ਦੂਜੀ ਗੱਲ, ਜਦੋਂ ਅਗਰ ਇਹ ਕੁਝ ਕਾਰਾ ਹੋ ਗਿਆ, ਇਸ ਦੀ ਪੂਰੀ ਜ਼ਿੰਮੇਵਾਰ ਸੈਂਟਰ ਸਰਕਾਰ ਅਤੇ ਯੂਟੀ ਲੰਗੜੀ ਸਰਕਾਰ ਦੀ ਹੋਵੇਗੀ। ਫਿਰ ਮੈਂ ਇੱਕ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ, ਜਦੋਂ ਸਾਡਾ ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਮੈਂ ਇਹ ਦਾਅਵਾ ਕਰਦਾ ਹਾਂ ਆਪਣੇ ਤਰਫੋਂ ਕਿ ਫਿਰ ਮੈਂ ਲੀਡਰਸ਼ਿਪ ਕਿਸੇ ਦੀ ਨਹੀਂ ਚੱਲਣ ਦੇਣੀ। ਜੇ ਅੱਜ ਪੰਜਾਬੀ ਭਾਸ਼ਾ ਨਾਲ ਆਪਣੇ ਸਮਾਜਿਕ ਧਾਰਮਿਕ ਲੀਡਰ ਹੋ ਕੇ ਅੱਗੇ ਨਾ ਆਏ, ਬਾਅਦ ਵਿੱਚ ਸਾਡਾ ਕਿਸੇ ਦਾ ਅਗਰ ਨੁਕਸਾਨ ਹੋ ਗਿਆ, ਫਿਰ ਲੀਡਰੋ ਤੁਸੀਂ ਵੀ ਯਾਦ ਰੱਖਿਓ, ਜੇ ਸਰਕਾਰ ਨਾਲ ਟੱਕਰ ਲੈ ਸਕਦੇ ਆ ਤੇ ਲੱਤਾਂ ਧਾੜੀਆਂ ਵੀ ਤੋੜਨ ਤੋਂ ਪਿੱਛੇ ਨਹੀਂ ਹਟਾਂਗੇ। ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਅਪੀਲ ਹੈ ਕਿ ਸੈਂਟਰ ਸਰਕਾਰ ਜਾਗ ਪਵੇ, ਨਾ ਸਿੱਖਾਂ ਨਾਲ ਧੱਕਾ ਕਰੇ। ਸਿੱਖਾਂ ਦੇ ਬਿਨਾ ਹਿੰਦੁਸਤਾਨ ਦੀ ਗਤੀ ਨਹੀਂ। ਇਸ ਕਰਕੇ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਆਵਾਜ਼ ਉੱਠ ਰਹੀ ਹੈ ਕਿ ਸਿੱਖਾਂ ਨੂੰ ਬਰਾਬਰ ਦਾ ਸ਼ਹਿਰੀ ਸਮਝਿਆ ਜਾਵੇ। ਜੇ ਸ਼ਹਿਰੀ ਸਮਝੋਗੇ ਤੇ ਇਸ ਹਿੰਦੁਸਤਾਨ ਨੂੰ ਸਵਰਗ ਬਣਾ ਕੇ ਰੱਖਾਂਗੇ। ਨਹੀਂ ਤਾਂ ਜੇ ਸਿੱਖ ਦੂਜਿਆਂ ਦੇ ਹੱਕ ਲਈ ਆਪਣੀ ਜਾਨ ਦੇ ਸਕਦੇ ਹਨ, ਤਾਂ ਆਪਣੇ ਹੱਕ ਲਈ ਵੀ ਆਪਣੀ ਜਾਨ ਕੁਰਬਾਨ ਕਰਕੇ ਆਪਣਾ ਹੱਕ ਖੋ ਕੇ ਲੈ ਸਕਦੇ ਹਨ। ਮੇਰੀਆਂ ਇੰਨੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ, NGO, ਹਰ ਕਮਿਊਨਿਟੀ ਦੇ ਸਾਡੇ ਲੀਡਰ ਜਿਹੜੇ ਨੇ, ਨੁਮਾਇੰਦੇ ਜਿਹੜੇ ਨੇ, ਇਸ ਰੋਸ ਮਾਰਚ ਦੇ ਵਿੱਚ ਹਿੱਸੇਦਾਰ ਬਣੇ ਨੇ। ਇਹ ਕੇਂਦਰ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਜਿਹੜਾ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ 5 ਭਾਸ਼ਾਵਾਂ ਨੂੰ ਸਾਡੇ ਇਸ ਜੰਮੂ ਦੇ ਵਿੱਚ ਯੂਟੀ ਦੇ ਵਿੱਚ ਜਿਹੜਾ ਲਾਗੂ ਕੀਤਾ, ਪਰੰਤੂ 6ਵੀਂ ਭਾਸ਼ਾ ਪੰਜਾਬੀ ਨੂੰ ਜਿਹੜਾ ਉਹ ਇਗਨੋਰ ਕਰ ਦਿੱਤਾ ਗਿਆ। ਅਸੀਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਆਪਣੇ ਇਸ ਫੈਸਲੇ ਨੂੰ ਫੌਰੀ ਤੌਰ ਤੇ ਬਦਲਦਿਆਂ ਇਸ ਪੰਜਾਬੀ ਭਾਸ਼ਾ ਨੂੰ ਜਿਹੜਾ ਉਹਨਾਂ 5 ਭਾਸ਼ਾਵਾਂ ਦੇ ਵਿੱਚ ਇਸ ਨੂੰ ਵੀ ਸ਼ਾਮਲ ਕਰੇ। ਸਰਕਾਰੀ ਤੌਰ ਤੇ ਇਹ ਸ਼ਰਮ ਆਉਣੀ ਚਾਹੀਦੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਇੱਕ ਜੰਮੂ ਕਸ਼ਮੀਰ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਲੈਂਗੁਏਜ ਹੈ, ਹਰ ਇੱਕ ਕਮਿਊਨਿਟੀ ਦੀ ਹਰਮਨ ਪਿਆਰੀ ਲੈਂਗੁਏਜ ਹੈ। ਇਹ ਸਿਰਫ ਸਟੇਟ ਵਿੱਚ ਹੀ ਨਹੀਂ ਬਲਕਿ ਇੰਡੀਆ ਵਿੱਚ ਹੀ ਨਹੀਂ ਬਲਕਿ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ, ਅਮਰੀਕਾ, ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਇਹ ਭਾਸ਼ਾ ਉੱਥੇ ਦੂਸਰੇ ਤੇ ਤੀਸਰੇ ਸਥਾਨ ਤੇ ਹੈ। ਵਿਸ਼ਵ ਦੇ ਵਿੱਚ 10 ਭਾਸ਼ਾਵਾਂ ਦੇ ਵਿੱਚੋਂ 7ਵਾਂ ਸਥਾਨ ਪੰਜਾਬੀ ਭਾਸ਼ਾ ਦਾ ਹੈ। ਪਰੰਤੂ ਕੇਂਦਰ ਸਰਕਾਰ ਇਸ ਪੰਜਾਬੀ ਭਾਸ਼ਾ ਨਾਲ ਇੱਥੇ ਧੱਕਾ ਕਰਕੇ ਇਹ ਸਾਡੇ ਨਾਲ ਬੇਇਨਸਾਫੀ ਕਰ ਰਹੀ ਹੈ। ਇਹ ਕੇਵਲ ਇੱਕ ਟ੍ਰੇਲਰ ਸੀ ਅੱਜ ਦਾ ਇਹ ਪ੍ਰੋਟੈਸਟ। ਜੇ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਨੂੰ ਵਾਪਸ ਨਾ ਲਿਆ ਤੇ ਫਿਰ ਅਗਲਾ ਫੈਸਲਾ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਤੇ ਜਿਹੜਾ ਰੋਸ ਮਾਰਚ ਕੀਤਾ ਜਾਏਗਾ। ਪੁਲ ਬੰਦ ਕੀਤੇ ਜਾਣਗੇ, ਜੰਮੂ ਬੰਦ ਦੀ ਕਾਲ ਦਿੱਤੀ ਜਾਏਗੀ। ਇਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਏਗੀ। ਨਾਲ ਹੀ ਕੱਲ ਸਿੰਬਲ ਕੈਂਪ ਦੇ ਵਿੱਚ, ਸਿੰਬਲ ਕੈਂਪ ਤੋਂ ਲੈ ਕੇ ਮੀਰਾ ਸਾਹਿਬ ਤੱਕ ਉੱਥੋਂ ਦੀਆਂ ਸੰਗਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਸਵੇਰੇ 9 ਵਜੇ ਉੱਥੋਂ ਰੋਸ ਮਾਰਚ ਮੀਰਾ ਸਾਹਿਬ ਤੱਕ ਕੱਢ ਰਹੀਆਂ ਨੇ। ਬੇਨਤੀ ਹੈ ਸੁਣਨ ਵਾਲਿਆਂ ਨੂੰ ਕਿ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਕੇਂਦਰ ਸਰਕਾਰ ਦੇ ਜਾਤੀਆਂ ਦੇ ਖਿਲਾਫ। ਇਹ ਸਾਡੀ ਕੇਂਦਰ ਸਰਕਾਰ ਨੂੰ ਇੱਕ कश्मीरी ਤੇ ਉਰਦੂ ਜਿਹਨਾਂ ਨੂੰ ਮਾਨਤਾ ਦਿੱਤੀ ਗਈ ਔਰ ਪੰਜਾਬੀ ਭਾਸ਼ਾ ਦਾ ਨੂੰ ਇਗਨੋਰ ਕੀਤਾ ਗਿਆ। ਮੈਂ ਗਵਰਨਮੈਂਟ ਅੱਗੇ ਇੱਕ ਦਰਖਾਸਤ ਕਰਾਂਗਾ ਕਿ ਅਸੀਂ ਸਾਰੇ ਲੋਕ ਪੰਜਾਬੀ ਭਾਸ਼ਾ ਨਾਲ ਇਨਫਲੂਐਂਸ ਹਾਂ। ਸਾਡਾ ਜਿੰਨਾ ਵੀ ਪੁੰਛ ਤੋਂ ਲੈ ਕੇ ਕਠੂਆ ਤੱਕ ਜਿੰਨਾ ਵੀ ਬਾਰਡਰ ਬੈਲਟ ਹੈ ਸਾਨੂੰ ਪੰਜਾਬੀ ਨਾਲ ਜੋੜਿਆ ਜਾਂਦਾ ਹੈ। ਸਾਨੂੰ ਵੈਸੇ ਵੀ ਸਾਡੇ ਬਾਰਡਰ ਬੈਲਟ ਨੂੰ ਪੰਜਾਬ ਹੀ ਕਿਹਾ ਜਾਂਦਾ ਹੈ। ਅਸੀਂ ਜਿੰਨੇ ਵੀ ਲੋਕੀ ਆ ਸਭ ਪੰਜਾਬੀ ਨਾਲ ਹੀ ਸਾਡਾ ਉੱਠਣਾ ਬੈਠਣਾ, ਸਾਡੀ ਦਿਨਚਰਿਆ ਪੰਜਾਬੀ ਭਾਸ਼ਾ ਨਾਲ ਹੀ ਸ਼ੁਰੂ ਹੁੰਦੀ ਹੈ। ਮੈਂ ਗਵਰਨਮੈਂਟ ਨੂੰ ਇਹ ਦਰਖਾਸਤ ਕਰਨਾ ਚਾਹਨਾ ਕਿ ਜੋ ਪੰਜਾਬੀ ਸਾਡੀ ਭਾਸ਼ਾ ਨਾਲ ਜੋ ਨਾਇੰਸਾਫੀ ਕੀਤੀ ਗਈ ਹੈ ਇਹਦਾ ਸੰਗਿਆਨ ਲਿਆ ਜਾਏ ਔਰ ਪੰਜਾਬੀ ਭਾਸ਼ਾ ਨੂੰ ਵੀ ਸਾਡੀ JNK ਦੀ ਇੱਕ ਆਫੀਸ਼ੀਅਲ ਭਾਸ਼ਾ ਇਹਨੂੰ ਘੋਸ਼ਿਤ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਗਵਰਨਮੈਂਟ ਨੇ ਸਾਡੀ ਪੰਜਾਬੀ ਮਾਂ ਬੋਲੀ ਨਾਲ ਧੱਕਾ ਕੀਤਾ, ਅੱਜ ਉਹਦੇ ਰੋਸ ਵਿੱਚ ਸਿੰਬਲ ਕੈਂਪ ਵਾਰਡ ਨੰਬਰ 2 ਤੋਂ ਅਸੀਂ ਇੱਕ 100 ਰੈਲੀ ਕੀਤੀ ਗਈ ਹੈ, ਜਿਹਦੇ ਵਿੱਚ ਅਸੀਂ ਆਪਣੀ ਹੱਕ ਦੀ ਲੜਾਈ ਲੜ ਰਹੇ ਹਾਂ। ਅਸੀਂ ਗਵਰਨਮੈਂਟ ਕੋਲੋਂ ਕੁਝ ਨਹੀਂ ਮੰਗ ਰਹੇ। ਜੋ ਸਾਡਾ ਹੱਕ ਹੈ ਉਹ ਸਾਨੂੰ ਚਾਹੀਦਾ ਹੈ। ਜੇਕਰ ਚੈਨਾ ਬਾਰਡਰ ਤੇ ਲੜਾਈ ਲੱਗਦੀ ਹੈ, ਉੱਥੇ ਗ੍ਰਹਿ ਮੰਤਰੀ ਸਿੱਖ ਫੌਜ ਨੂੰ ਨਿਸ਼ਾਨ ਸਾਹਿਬ ਲਗਾ ਕੇ ਉੱਥੇ ਭੇਜਦਾ, ਨਾਅਰੇ ਲਗਾ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੇ ਅੱਜ ਸਾਡੀ ਪੰਜਾਬੀ ਮਾਂ ਬੋਲੀ ਨੂੰ ਮਾਨਤਾ ਦੇਣ ਦੀ ਕਰਕੇ ਗਵਰਨਮੈਂਟ ਦੀਆਂ ਅੱਖਾਂ ਕਿਉਂ ਖਰਾਬ ਹੋ ਗਈਆਂ, ਕਿਉਂ ਸੁੱਤੀਆਂ ਪਈਆਂ? ਇਸ ਕਰਕੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਪੰਜਾਬੀ ਭਾਸ਼ਾ ਲਾਗੂ ਕਰੋ, ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ ਪੰਜਾਬੀ ਸਾਡੀ ਪੰਜਾਬੀ ਸਾਡੀ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਕੇਂਦਰ ਸਰਕਾਰ ਕੇਂਦਰ ਸਰਕਾਰ ਕੇਂਦਰ ਸਰਕਾਰ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਜੋ ਕਿ ਇੱਥੇ ਦੀ ਗੌਰਮੈਂਟ ਕੇਂਦਰ ਗੌਰਮੈਂਟ ਹੈ ਜਿਸ ਨੇ ਪੰਜਾਬੀ ਭਾਸ਼ਾ ਨਾਲ ਇੱਕ ਬਹੁਤ ਵੱਡਾ ਵਿਤਕਰਾ ਕੀਤਾ ਹੈ ਕਿ ਜਿੱਥੇ 5 ਭਾਸ਼ਾ ਨੂੰ ਮਾਨਤਾ ਦਿੱਤੀ ਹੈ। ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਭਾਸ਼ਾ ਨੂੰ ਮਾਨਤਾ ਦਿੱਤੀ ਹੈ, ਪਰ ਜੋ ਪੰਜਾਬੀ ਭਾਸ਼ਾ ਇੱਥੇ ਦੇ ਸਾਰੇ ਹੀ ਬੋਲਣ ਵਾਲੇ, ਚਾਹੇ ਉਹ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਹੋਰ ਕਿਸੇ ਜਾਤੀ ਨਾਲ ਵੀ ਤਲਕ ਰੱਖਣ ਵਾਲੇ ਨੇ, ਇਸ ਪੂਰੇ ਇਲਾਕੇ ਦੇ ਵਿੱਚ ਸਾਰੇ ਹੀ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਬੋਲੀ ਜਾ ਰਹੀ ਹੈ ਔਰ ਉਸ ਦੇ ਨਾਲ ਇਤਨਾ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਅੱਜ ਸਾਡੀ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ ਹੈ ਇੱਕ ਵੱਡੀ ਸਾਜ਼ਿਸ਼ ਦੇ ਨਾਲ। ਮੈਂ ਇੱਕ ਗੱਲ ਆਪ ਜੀ ਨੂੰ ਇਹ ਅਕਾਲ ਚੈਨਲ ਦੇ ਥਰੂ ਇਹ ਗੱਲ ਜ਼ਰੂਰ ਦੱਸਾਂਗਾ, ਚੈਨਲ ਮੀਡੀਆ ਦੇ ਰਾਹੀਂ, ਕਿ ਮੈਂ 1971 ਦੇ ਵਿੱਚ ਗਿਆਨੀ ਜਦੋਂ ਕਿ ਹਾਇਰ ਸੈਕੰਡਰੀ ਸਕੂਲ ਆਰਸਪੁਰਾ ਵਿਖੇ ਹਾਇਰ ਸੈਕੰਡਰੀ ਸਕੂਲ ਹੁੰਦਾ ਸੀ, ਉਸ ਵੇਲੇ ਸਾਡੀਆਂ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਸਨ ਔਰ ਮੈਂ ਉਸ ਵੇਲੇ ਪੰਜਾਬੀ ਪੜ੍ਹਦੇ ਸਾਂ। ਸਾਡੇ ਕਾਲਜਾਂ ਵਿੱਚ ਸਾਡੀਆਂ ਜਿਹੜੀਆਂ ਪੰਜਾਬੀ ਕਲਾਸਾਂ ਔਰ ਗਿਆਨੀ ਟੀਚਰ, ਉਸ ਵੇਲੇ ਪੰਜਾਬੀ ਟੀਚਰ ਜਿਹੜੇ ਸਨ ਉਹ ਰੱਖੇ ਗਏ ਸਨ। ਆਹਿਸਤਾ ਆਹਿਸਤਾ ਚਾਹੇ ਉਹ ਕਾਂਗਰਸ ਦੀ ਸਰਕਾਰ ਆਈ, ਚਾਹੇ ਉਹ ਬੀਜੇਪੀ ਦੀ ਸਰਕਾਰ ਆਈ, ਇਹਨਾਂ ਸਰਕਾਰਾਂ ਨੇ ਸਾਡੇ ਨਾਲ ਇੱਕ ਬਹੁਤ ਵੱਡਾ ਵਿਤਕਰਾ ਕੀਤਾ ਹੈ। ਉਸ ਵਿਤਕਰੇ ਨਾਲ ਮੈਂ ਅੱਜ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ, ਮੈਂ ਗਿਆਨੀ ਇਸ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ, ਜੰਮੂ ਕਸ਼ਮੀਰ ਦੀ ਯੂਨੀਵਰਸਿਟੀ 'ਚੋਂ, ਉਹ ਸਾਡੀਆਂ ਕਲਾਸਾਂ ਇੱਕ ਪਾਸੇ ਤਾਂ ਰਹਿ ਗਈਆਂ। ਸਾਡੀ ਪੰਜਾਬੀ ਨਾਲ ਇਤਨਾ ਵਿਤਕਰਾ ਕਰ ਰਿਹਾ ਹੈ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਵੀ ਉਹ ਮਾਨਤਾ ਦੇਣ ਵਾਸਤੇ ਇਹ ਸੈਂਟਰ ਗੌਰਮੈਂਟ ਜਿਹੜੀ ਹੈ ਉਹ ਨਹੀਂ ਇਸ ਨੂੰ ਲਾਗੂ ਕਰ ਰਹੀ। ਤਾਂ ਅਸੀਂ ਸਾਰੇ ਹੀ ਸਿੱਖ ਸਮਾਜ ਨੂੰ ਇਹ ਗੱਲ ਕਹਾਂਗਾ, ਸਿੱਖ ਸਮਾਜ ਹੀ ਨਹੀਂ, ਕਿਉਂਕਿ ਸਾਡੀ ਜਿਹੜੀ ਇੱਥੇ ਦੀ ਭਾਸ਼ਾ ਹੈ, ਹਿੰਦੂ ਵੀਰ ਵੀ ਭਾਸ਼ਾ ਬੋਲ ਰਹੇ ਨੇ ਪੰਜਾਬੀ, ਮੁਸਲਮਾਨ ਵੀ ਪੰਜਾਬੀ ਭਾਸ਼ਾ ਬੋਲ ਰਹੇ ਨੇ, ਜਿਤਨੇ ਵੀ ਇੱਥੇ ਦੇ ਲੋਕ ਹਨ ਉਹ ਸਾਰੇ ਹੀ ਪੰਜਾਬੀ ਭਾਸ਼ਾ ਬੋਲ ਰਹੇ ਨੇ। ਪੰਜਾਬੀ ਨਾਲ ਇਤਨਾ ਵੱਡਾ ਵਿਤਕਰਾ ਇਹ ਕਿਸੇ ਤਰੀਕੇ ਨਾਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਮੈਂ ਇਸ ਮੀਡੀਆ ਦੇ ਰਾਹੀਂ ਇਹ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਗਰ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕੀਤਾ ਗਿਆ ਤੇ ਇਸ ਦਾ ਜੋ ਖਮਿਆਜ਼ਾ ਹੈ ਉਹ ਗੌਰਮੈਂਟ ਆਪ ਹੀ ਭੁਗਤੇਗੀ ਕਿ ਇਸ ਦਾ ਕੀ ਰਿਜ਼ਲਟ ਨਿਕਲੇਗਾ। ਕੱਲ ਨੂੰ ਰੋਡ ਬਲਾਕ ਹੋਣਗੀਆਂ ਜਾਂ ਕੌਮ ਅੱਗੇ ਖੜੀ ਹੋ ਕੇ, ਕਿਉਂਕਿ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਵੈਸੇ ਦਬਾਇਆ ਜਾ ਰਿਹਾ ਹੈ। ਅਕਾਲ ਚੈਨਲ ਦੇ ਰਾਜਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਗੁਰੂ ਨਾਨਕ ਨਾਮ ਲੈਵਾ ਸਿੱਖ ਅੱਜ ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਦੀ ਧਰਤੀ ਦੇ ਸਿੱਖਾਂ ਦੇ ਵਿੱਚ ਅੱਜ ਬਹੁਤ ਵੱਡਾ ਰੋਸ ਹੈ ਕਿ ਜੋ ਮੋਦੀ ਸਰਕਾਰ ਦੀਆਂ ਇਹ ਜੋ ਘਟੀਆਂ ਨੀਤੀਆਂ ਜਿਹੜੀਆਂ ਕਿ ਹਮੇਸ਼ਾ ਹੀ ਸਿੱਖ ਵਿਰੋਧੀ ਨੀਤੀਆਂ ਰਹੀਆਂ ਹਨ, ਜਿਹਦੇ ਵਿੱਚ ਸਾਡੇ ਨਾਲ ਹਰ ਤਰ੍ਹਾਂ ਦੇ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਹ ਜਿਹੜਾ ਸਾਡੇ ਨਾਲ ਹੁਣ ਧੱਕਾ ਕੀਤਾ ਗਿਆ, ਜਿਹੜੀ ਸਾਡੀ ਮਾਂ ਬੋਲੀ ਪੰਜਾਬੀ, ਜਿਹਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਇਹ ਸਾਨੂੰ ਅੱਜ ਇਹ ਮਾੜਾ ਇੰਜੈਕਸ਼ਨ ਲਾ ਕੇ ਵੇਖਦੇ ਹਨ ਕਿ ਭਾਈ ਇਹ ਸੁੱਤੇ ਤਾਂ ਨਹੀਂ ਜਾਗਦੇ ਹਨ। ਪਰ ਅੱਜ ਅਸੀਂ ਸਰਕਾਰ ਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਅੱਜ ਜਿਹੜੇ ਸਿੱਖ ਹਨ ਅੱਜ ਜਾਗ ਰਹੇ ਨੇ, ਸਿੱਖਾਂ ਦੀਆਂ ਜ਼ਮੀਰਾਂ ਅਜੇ ਸੁੱਤੀਆਂ ਨਹੀਂ ਨੇ, ਸਿੱਖ ਜਾਗਦੇ ਨੇ। ਅੱਜ ਵੀ ਕਿਤੇ ਆਰਸਪੁਰਾ ਦੇ ਕੋਲ ਜਿਹੜੀ ਪੁਰਾਣੇ ਰੇਲਵੇ ਪਟਰੀ ਹੈ ਉੱਥੇ ਜਾ ਕੇ ਆਪਾਂ ਵੇਖੀਏ, ਜਿੱਥੇ ਇੰਗਲਿਸ਼ ਦੇ ਵਿੱਚ ਜਾਂ ਉਰਦੂ ਦੇ ਵਿੱਚ ਲਿਖਿਆ ਹੋਇਆ ਹੈ, ਹਿੰਦੀ 'ਚ ਲਿਖਿਆ, ਉੱਥੇ ਪੰਜਾਬੀ ਜਿਹੜੀ ਹੈ ਉਹ ਸਾਡੀ ਮਾਂ ਬੋਲੀ, ਉੱਥੇ ਪੰਜਾਬੀ ਵੀ ਲਿਖੀ ਹੋਈ ਹੈ। ਅੱਜ ਵੀ ਪੁਰਾਤਨ ਜਿਹੜਾ ਰੇਲਵੇ ਲਾਈਨ ਹੋ ਜਾਂਦੀ ਸੀ ਉੱਥੇ ਲਿਖਿਆ ਹੋਇਆ ਹੈ। ਲੇਕਿਨ ਮੋਦੀ ਸਰਕਾਰ ਨੇ ਇਹ ਅੱਜ ਜੰਮੂ ਕਸ਼ਮੀਰ ਦੇ ਸਿੱਖਾਂ ਨਾਲ ਜਿਹੜਾ ਧੱਕਾ ਕੀਤਾ ਹੈ, ਅਸੀਂ ਇਸ ਗੱਲ ਨੂੰ ਬਿਲਕੁਲ ਇਹਦੇ ਪੁਰਜ਼ੋਰ ਨਿੰਦਿਆ ਕਰਦੇ ਹੋਏ ਇਹ ਗੱਲ ਕਹਿੰਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹਨਾਂ 5 ਭਾਸ਼ਾਵਾਂ ਨੂੰ ਤੁਸੀਂ ਮਾਨਤਾ ਦਿੱਤੀ ਹੈ, ਸਾਨੂੰ ਇਸ ਗੱਲ ਤੇ ਕੋਈ ਆਬਜੈਕਸ਼ਨ ਨਹੀਂ ਹੈ, ਪਰ ਆਉਣ ਵਾਲੇ ਸਮੇਂ 'ਚ ਅਗਰ ਤੁਸੀਂ ਪੰਜਾਬੀ ਬੋਲੀ ਦੇ ਨਾਲ ਵਿਤਕਰਾ ਜੋ ਕੀਤਾ ਉਹਨੂੰ ਅਗਰ ਵਾਪਸ ਨਾ ਲਿਆ ਤੇ 17 ਤਰੀਕ ਤੋਂ ਬਾਅਦ ਇਹ ਗੁਰੂ ਨਾਨਕ ਨਾਮ ਲੈਵਾ ਸਿੱਖ ਜਿਹੜੇ ਹਨ, ਅਸੀਂ ਫਿਰ ਇਹ ਨਹੀਂ ਵੇਖਾਂਗੇ ਕਿ ਸੜਕਾਂ ਬੰਦ ਹੋਣਗੀਆਂ ਜਾਂ ਕਰੋਨਾ ਫੈਲੇਗਾ। ਸਿੱਖ ਜਿਹੜੇ ਹਨ ਉਸ ਰੋਸ ਨੂੰ ਭਾਰੀ ਗਿਣਤੀ ਦੇ ਵਿੱਚ ਪ੍ਰਗਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।